अस्सलामुअलैकुम फ्रेंड्स, अपने चैनल से खुश आमदीद करने वेलकम अगेन। अज असी मौजूद हाँ जी शकील खान साहब के नाल। माशाल्लाह बहुत ही अच्छा इन्हों का शौक है जी। नस्ल की गां भी मौजूद आ, आला तो आला नस्ल की मझ भी मौजूद आ, बकरियां की बहुत वड्डा बाड़ा इन्हों के कोल मौजूद आ, वो भी तुसीं वीडियो के अंदर देखोगे। तो हर किस्म की गां, हर किस्म का घोड़ा, हर किस्म का कबूतर, माशाल्लाह आल इन वन हर किस्म का शौक करते हैं। साडे कोल ढग्गे भी भजन वाला है जी। ढग्गे भी भजन वाले दोस्तों माशाल्लाह वो भी मौजूद आ, वो भी तुहानूं विखावांगे। वीडियो कंप्लीट देखियो, वीडियो के अंदर माशाल्लाह तुहानूं हर चीज़ देखने को मिलेगी। तो असीं इन्हां दा शुक्रगुजार हाँ, इन्होंने सानूं अपनी कीमती वक्त दे विचों टाइम दिता। तो हनेरा होने वाला वा, वीडियो शुरू करते हैं ताकि हर चीज़ तुहानूं देखने को मिले। अस्सलाम वालेकुम। वालेकुम सलाम। खान साहब की हाल है, ठीक हो? अल्हम्दुलिल्लाह जनाब, शुक्र अल्हम्दुलिल्लाह। तुसीं सुनाओ ठीक हो? करम अल्लाह पाक दा। चलो माशाल्लाह। अच्छा खान साहब अपनी लोकेशन दस दो इस टाइम। साडा जी जड़ां वाले रोड ते 108 ਚੱਕ ਸਾਈਂ ਦੀ ਕੋਈ ਪਿੰਡ ਆ ਜੀ। ਸਟਾਪ ਦੇ ਉੱਤੇ ਹੀ ਅਸੀਂ ਬੈਠੇ ਆ। अच्छा ਤੇ ਜੜਾਂ ਵਾਲੇ ਤੋਂ ਤਕਰੀਬਨ 10 किलोमीटर ਤੇ फैसलाबाद ਤੋਂ तकरीबन 15 किलोमीटर ਦਰਮਿਆਨ ਚ ਅਸੀਂ ਬੈਠੇ ਆ। ਜ਼ਬਰਦਸਤ। ਖਾਨ ਸਾਹਿਬ ਇੰਨੀਆਂ ਚੀਜ਼ਾਂ ਦਾ ਸ਼ੌਕ ਕਿਦੋਂ ਦਾ ਵਾ? ਵਾਲਿਦ ਸਾਹਿਬ ਕਰਦੇ ਸੀ ਕਿ ਤੁਹਾਨੂੰ ਪੈਦਾ ਹੋਇਆ? ਇਹ ਜੀ ਬਸ ਵਾਲਦ ਸਾਹਿਬ ਸਾਡੇ ਸ਼ੌਕ ਨਹੀਂ ਸੀ, ਗਵਰਨਮੈਂਟ EMPLOYE ਸੀ ਤੇ ਇਹ ਸਾਡਾ ਹੀ ਸ਼ੌਕ ਆ ਬਸ। ਤੇ ਅਸੀਂ 2000 ਤਕਰੀਬਨ 12-13 ਤੋਂ ਸ਼ੁਰੂ ਕੀਤਾ। ਅਲਹਮਦੁਲਿਲਾ ਹੁਣ ਐਡਾ ਵੱਡਾ ਸੈਟਅਪ। ਸਹੀ। ਮੱਝ ਕਿਹੜੀ ਨਸਲ ਦੀ ਆਪਣੇ ਕੋਲ ਮੌਜੂਦ? ਮੱਝ ਜ਼ਿਆਦਾ ਅਸੀਂ ਰਾਵੀ ਦੀ ਪਸੰਦ ਕਰਦੇ ਹਾਂ ਜੀ। ਅੱਛਾ। ਇਹ ਜ਼ਿਆਦਾ ਪਰਚੇਜ਼ਿੰਗ ਸਾਡੀ ਸਾਹੀਵਾਲ ਆਰਫ ਵਾਲੇ ਤੋਂ ਹੀ ਹੁੰਦੀ ਹੈ। ਲੋਕਲ ਅਸੀਂ ਮੱਝ ਰੱਖਦੇ। ਕਿੰਨੀਆਂ ਮੱਝਾਂ ਇਸ ਟਾਈਮ ਆਪਣੇ ਕੋਲ? ਮੱਝਾਂ ਤਕਰੀਬਨ 60 ਕੁ ਮੱਝਾਂ ਨੇ ਮਾਸ਼ਾਅੱਲਾ ਸਾਡੇ। 60 ਮੱਝਾਂ। ਤੇ ਗਾਵਾਂ ਕਿੰਨੀਆਂ? ਗਾਵਾਂ ਤਕਰੀਬਨ 60 ਕੀ 50 ਤੋਂ 60 ਗਾਵਾਂ ਸਾਡੇ ਕੋਲ। ਕਿਹੜੀ ਨਸਲ ਦੀ ਗਾਂ ਆਪਣੀ? ਗਾਵਾਂ ਸਾਡੇ ਕੋਲ ਮਿਕਸ ਨੇ ਜੀ, ਫਰੀਜ਼ਨ ਸਾਹੀਵਾਲ। ਅੱਛਾ। ਵਿਲਾਇਤੀ ਸਾਹੀਵਾਲ ਕਿਉਂਕਿ ਪਿਓਰ ਦੇ ਵਿੱਚ ਇਹ ਹੁੰਦਾ ਕਿ ਗਰਮੀ 'ਚ ਜ਼ਿਆਦਾ ਸਾਨੂੰ ਪ੍ਰੋਬਲਮ ਹੁੰਦੀ। ਫਾਰਮ ਸਾਡਾ ਜ਼ਰਾ ਦੇਸੀ ਟਾਈਪ ਆ। ਸਹੀ। ਇਸ ਕਰਕੇ ਥੋੜਾ ਜਿਹਾ ਹੈ। ਚਾਰਾ ਪਾਉਂਦੇ ਹੋ ਕਿ ਜਿਹੜਾ ਅੱਜ ਕੱਲ੍ਹ ਸੈਲਡ ਜਾਂ ਚੱਲ ਰਿਹਾ ਉਹ ਪਾਉਂਦੇ? ਗਾਵਾਂ ਨੂੰ ਸਾਈਲੇਜ ਪਾਈਦਾ ਜੀ ਅਸੀਂ। ਅੱਛਾ। ਉਹ ਪਿੱਛੇ ਤੁਸੀਂ ਦਿਖਾ ਸਕਦੇ ਹੋ, ਸਾਡੇ ਕੋਲ ਲੱਗਾ ਜੀ। ਹਾਂਜੀ ਉਹ ਵੀ ਵਿਖਾਵਾਂਗੇ। ਤੇ ਸਾਈਲੇਜ ਪਾਉਂਦੇ ਆ ਤੇ ਮੱਝਾਂ ਨੂੰ ਚਾਰਾ ਪਾਉਂਦੇ ਆ। ਆਪ ਤਿਆਰ ਕਰਦੇ ਹੋ ਸਾਈਲੇਜ? ਸਾਈਲੇਜ ਅਸੀਂ ਆਪ ਤਿਆਰ। ਕਿਸ ਚੀਜ਼ ਦਾ ਤਿਆਰ ਹੁੰਦਾ? ਇਹ ਮੱਕੀ ਦਾ ਜੀ। ਸਹੀ। ਤੇ ਕਮੋ ਪੇਸ਼ ਕਿੰਨੇ ਇਸ ਟਾਈਮ ਐਸਟੀਮੇਟਡ ਡੰਗਰ ਆਪਣੇ ਕੋਲ ਮੌਜੂਦ? ਇਹ ਤਕਰੀਬਨ 100 ਪਲੱਸ ਹੋਣੇ ਜੀ ਸਾਡੇ ਕੋਲ ਮਾਸ਼ਾਅੱਲਾ। ਇਹ ਮਾਸ਼ਾਅੱਲਾ ਹੋਣੇ ਤਕਰੀਬਨ 125-30 ਜਾਨਵਰ। ਅੱਛਾ। ਤੁਹਾਡੇ ਕੋਲ ਜਗ੍ਹਾ ਤੇ ਮਾਸ਼ਾਅੱਲਾ ਬਹੁਤ ਐਕਸਟਰਾ ਆਰਡੀਨਰੀ ਹੈ। ਵੈਸੇ ਕਿੰਨੀ ਜਗ੍ਹਾ ਹੋਣੀ ਚਾਹੀਦੀ ਹੈ ਇੰਨੇ ਕਿ ਜਾਨਵਰਾਂ ਵਾਸਤੇ? ਜਗ੍ਹਾ ਤੁਹਾਡੇ ਕੋਲ ਮਾਸ਼ਾਅੱਲਾ ਕਿੱਲਿਆਂ ਦੇ ਹਿਸਾਬ ਨਾਲ ਇੱਥੇ ਲੱਗ ਰਹੀ ਹੈ? ਹਾਂਜੀ ਜਗ੍ਹਾ ਤੇ ਮਾਸ਼ਾਅੱਲਾ ਸਾਡਾ ਰਕਬਾ ਵੀ ਇੱਥੇ ਪਿੱਛੇ ਹੀ ਹੈ ਜੀ। ਸਹੀ। ਤੇ ਰਕਬੇ ਦੇ ਵਿੱਚ ਹੀ ਅਸੀਂ ਬੈਠੇ ਆ ਤੇ ਇਹਦੇ ਵਿੱਚ ਜਗ੍ਹਾ ਤਕਰੀਬਨ ਇੰਨੇ ਜਾਨਵਰਾਂ ਵਾਸਤੇ 1 ਕਿੱਲਾ ਤੇ ਹੋਣਾ ਚਾਹੀਦਾ। ਸਹੀ ਹੈ। ਕਿੰਨਾ ਦੁੱਧ ਆਪਣਾ ਐਸਟੀਮੇਟਡ ਦੁੱਧ ਵਾਲੇ ਜਾਨਵਰ ਕਿੰਨੇ ਇਹਦੇ 100 ਦੇ ਵਿੱਚੋਂ? ਸਾਡੇ ਤਕਰੀਬਨ 40 ਕਿ ਜਾਨਵਰ ਦੁੱਧ ਵਾਲੇ ਨੇ ਜੀ। ਅੱਛਾ। ਤੇ ਅੱਜ ਕੱਲ ਦਾ ਜਾਨਵਰ ਤੋਕੜ ਹੋਏ ਨੇ। ਸਾਡਾ ਤਕਰੀਬਨ ਕੋਈ 3 ਕਮਨ ਟਾਈਮ ਦਾ ਦੁੱਧ ਹੁੰਦਾ। ਕੋਈ ਗਾਵਾਂ ਵੀ ਸੂਣ ਵਾਲੀਆਂ, ਕੋਈ ਮੱਝਾਂ ਸੂਣ ਵਾਲੀਆਂ, ਇਸ ਵਜ੍ਹਾ ਤੋਂ ਜ਼ਰਾ ਦੁੱਧ ਅੱਜ ਕੱਲ ਘੱਟ ਆ। ਅੱਛਾ ਖਾਨ ਸਾਹਿਬ ਦੇਖ ਵੀਡੀਓ ਬਣਾਉਣ ਦਾ ਮਕਸਦ ਹੈ ਆਵਾਮ ਨੂੰ ਦੱਸਣਾ ਵਾ, ਆਵਾਮ ਕੀ ਪਰੇਸ਼ਾਨ ਆ ਤੇ ਤੁਸੀਂ ਕੀ ਸਮਝਦੇ ਹੋ ਪ੍ਰੋਫਿਟੇਬਲ ਬਿਜ਼ਨਸ ਆ ਕਿ ਲੋਸ 'ਚ ਜਾਂਦਾ ਬੰਦਾ? ਸਰ ਪ੍ਰੋਫਿਟੇਬਲ ਬਿਜ਼ਨਸ ਆ। ਦੇਖੋ ਤੁਸੀਂ ਅਗਰ ਇਹ ਕੰਮ ਪ੍ਰੋਪਰ ਮੈਨੇਜ ਕਰਕੇ ਕਰਦੇ ਹੋ ਨਾ, ਇਹਨੂੰ ਬਿਜ਼ਨਸ ਸਮਝ ਕੇ ਕਰਦੇ ਹੋ, ਫੇਰ ਪ੍ਰੋਫਿਟੇਬਲ ਆ। ਅਗਰ ਇਹਨੂੰ ਤੁਸੀਂ ਸ਼ੌਕ 'ਚ ਕਰੋਗੇ ਜਾਂ ਇਹਨੂੰ ਮੈਨੇਜ ਨਹੀਂ ਕਰ ਸਕੋਗੇ ਤੇ ਫਿਰ ਪ੍ਰੋਫਿਟ ਨਹੀਂ ਹੋਏਗਾ, ਜ਼ਾਰੀ ਗੱਲ ਆ। ਸਹੀ। ਕਿੰਨੇ ਬੰਦੇ 100 ਡੰਗਰ ਨੂੰ ਮੈਨੇਜ ਕਰ ਲੈਂਦੇ? ਇਹ ਤਕਰੀਬਨ ਸਾਡੇ ਕੋਲ 6 ਬੰਦੇ ਆ ਜੀ। ਸਹੀ। ਈਜ਼ੀਲੀ ਮੈਨੇਜ ਹੋ ਜਾਂਦਾ? ਈਜ਼ੀਲੀ ਮੈਨੇਜ ਹੋ ਜਾਂਦਾ। ਜ਼ਬਰਦਸਤ। ਵੱਡਾ ਸਾਈਲੇਜ ਦੀ ਵਜ੍ਹਾ ਤੋਂ ਸਾਡਾ ਈਜ਼ੀ ਮੈਨੇਜ ਹੋ ਜਾਂਦਾ। ਹਾਂਜੀ ਉਹ ਪੱਠਿਆਂ ਦੀ ਖਪਤ ਘਟ ਜਾਂਦੀ। ਸਹੀ। ਤੇ ਵੰਡਾ ਛੰਡਾ ਵੀ ਯੂਜ਼ ਕਰਦੇ ਹੋ ਨਾ? ਵੰਡਾ ਅਸੀਂ ਆਪਣਾ ਹੀ ਬਣਵਾਉਂਦੇ ਹਾਂ ਜੀ। ਕੀ ਚੀਜ਼ ਇਸਤੇਮਾਲ ਕਰਦੇ? ਉਹਦੇ ਵਿੱਚ ਅਸੀਂ ਮੱਕੀ ਪੋਲਿਸ਼, ਰਾਈਸ ਪੋਲਿਸ਼, ਸਹੀ, ਕਨੌਲਾ, ਸਹੀ, ਕੌੜੀ ਖਲ, ਸਹੀ, ਗੰਦਮ, ਚੋਕਰ, ਸਹੀ। ਫਿਰ ਮਿਨਰਲ ਪਾ ਲਈਦੇ ਨੇ, ਟੌਕਸੀ ਬਾਈਂਡਰ ਪਾ ਲਈਦਾ ਵਾ, ਸ਼ੀਰਾ ਪਾ ਲਈਦਾ ਵਾ। ਅੱਛਾ। ਯੂਰੀਆ ਖਾਦ ਦਾ ਇਸਤੇਮਾਲ ਕਰ ਲਈਦਾ ਵਾ। ਉਹ ਫਿਰ CP ਤਕਰੀਬਨ ਅਸੀਂ 17-18 ਤੇ ਲੈ ਆਈਦੀ ਆ ਵੰਡੇ। ਸਹੀ। ਅੱਛਾ। ਆਮ ਕਿਹੜੀ ਬਿਮਾਰੀ ਵੇਖੀ ਆ ਮੱਝਾਂ ਤੇ ਗਾਵਾਂ 'ਚ ਜਿਹੜੀ ਤੁਸੀਂ ਕਹਿੰਦੇ ਆਮ ਜਾਂ ਇਹਦੇ ਵਿੱਚ ਬਿਮਾਰੀ ਹੈ? ਪ੍ਰੋਬਲਮ ਜ਼ਿਆਦਾਤਰ ਸਾੜੂ ਦਾ ਹੁੰਦਾ ਜੀ। ਅੱਛਾ। ਇਹ ਆਮ ਬੁਖਾਰ ਵਗੈਰਾ ਤੇ ਮੱਝਾਂ ਨੂੰ, ਗਾਵਾਂ ਨੂੰ ਘੱਟ ਹੀ ਹੁੰਦਾ। ਅੱਛਾ। ਸਾੜੂ ਦਾ ਪ੍ਰੋਬਲਮ ਆ ਜਾਂਦਾ। ਸਹੀ। ਉਹਦਾ ਟੀਕੇ ਸ਼ੀਕੇ ਕਿ ਦੇਸੀ ਇਲਾਜ ਕਰਦੇ? ਨਹੀਂ ਅਸੀਂ ਆਪਣਾ ਐਲੋਪੈਥੀ ਦਾ ਇਲਾਜ ਕਰਦੇ ਹਾਂ, ਟੀਕੇ ਹੀ ਲਾਉਂਦੇ ਹਾਂ। ਜਾਂ ਸਾਡੇ ਕੋਲ ਇੱਥੇ ਦੋਸਤ ਨੇ ਸਾਡੇ 68 ਚੱਕ ਆ। ਸਹੀ। ਉੱਥੇ ਹੈਗੇ ਨੇ ਡਾਕਟਰ ਜਵੇਦ ਸਾਹਿਬ, ਉਹ ਹੋਮਿਓਪੈਥਿਕ ਦਾ ਇਲਾਜ ਕਰਦੇ ਨੇ ਜਾਨਵਰਾਂ ਦਾ। ਅੱਛਾ। ਜਾਂ ਅਸੀਂ ਉਹਨਾਂ ਕੋਲ ਜਾਈਦਾ। ਸਹੀ। ਸਾਡਾ ਢੱਗਾ ਜੀ, ਇਹ ਦੌੜੀ ਢੱਗਾ ਵਾ। ਇਹਨਾਂ 'ਚ ਵੀ ਕੋਈ ਨਸਲ ਹੁੰਦੀ ਹੈ? ਹਾਂਜੀ ਇਹ ਧੰਨੀ ਦੇ ਹੁੰਦੇ ਆ ਜੀ। ਸਹੀ। ਤੇ ਇਹਦਾ ਨਾਮ ਵਿਲਾਇਤੀ ਆ। ਸਹੀ। ਤੇ ਹੁਣ ਅਸੀਂ ਇਹਨੂੰ ਨਹੀਂ ਭਜਾ ਰਹੇ ਤਕਰੀਬਨ 1-1.5 ਸਾਲ ਤੋਂ। ਅੱਛਾ। ਤੇ ਦੋਂਦਾ ਤੇ ਖੀਰਾ ਬਹੁਤ ਭੱਜਿਆ ਵਾ ਤੇ ਇਹਦਾ ਨਾਮ ਆ ਢੱਗੇ ਵਾਲਾ। ਅਗਰ ਕੋਈ ਢੱਗੇ ਵਾਲਾ ਦੋਸਤ ਦੇਖੇਗਾ ਇਹਨੂੰ ਤੇ ਉਹ ਪਛਾਣ ਲਈ ਵੀ ਜਾਏਗਾ। ਵਿਲਾਇਤੀ ਦੇ ਨਾਮ ਤੋਂ ਭੱਜਦਾ ਰਿਹਾ। ਚੰਗੇ ਢੱਗੇ ਨੇ ਹਰਾਏ ਨੇ। ਸਹੀ। ਮਾਸ਼ਾਅੱਲਾ।
ਇਹ ਉਹ ਸਿੰਗਲ ਵਾਲਾ ਵਾ ਕਿ ਡਬਲ ਵਾਲਾ ਵਾ? ਇਹ ਸਿੰਗਲ ਵਾਲਾ ਜੀ। ਸਹੀ। ਹਾਂਜੀ। ਉਹ ਉੱਥੇ ਸੈਲਡ ਵੀ ਇਹ ਬਣਾਉਂਦੇ ਨੇ? ਉਹ ਸੈਲਡ ਬਣਦਾ ਪਿਆ ਜੀ, ਕੁਛ ਸਾਡਾ ਬਣ ਵੀ ਰਿਹਾ ਵਾ, ਕੁਛ ਸ਼ਾਮ ਨੂੰ ਰਾਤ ਨੂੰ ਆਣੀਆਂ ਵਾ ਸਾਡੀਆਂ ਟਰਾਲੀਆਂ। ਅੱਛਾ। ਤੇ ਮਸ਼ੀਨ ਵੀ ਇਹ ਖਾਨ ਸਾਹਿਬ ਕਿੱਦਾਂ ਪੈਂਦਾ ਤੁਹਾਨੂੰ ਸੈਲਡ? ਇਹ ਜਿਹੜਾ ਹੁਣ ਪਿਆ ਨਾ ਜੀ, ਇਹ ਸਾਨੂੰ 300 ਰੁਪਏ ਮਣ ਪਿਆ ਵਾ। ਅੱਛਾ। ਤੇ ਪਹਿਲਾਂ ਜਿਹੜਾ ਸੀ ਉਹ ਸਾਨੂੰ 270 ਰੁਪਏ ਮਣ ਪਿਆ ਸੀਗਾ। ਸਹੀ। ਉਹ ਜਿਹੜਾ ਸਾਈਡ ਤੇ ਆ, ਇਹ ਹੁਣ ਅਸੀਂ 300 ਰੁਪਏ ਦੇ ਤਕਰੀਬਨ ਬਣਵਾ ਰਹੇ ਆ। ਇਹ ਤਕਰੀਬਨ ਅਸੀਂ 6000 ਮਣ ਬਣਵਾਣਾ ਤੇ ਇਹਨਾਂ ਇਨਸ਼ਾਅੱਲਾ ਸਾਡਾ ਅਪ੍ਰੈਲ ਮਈ। ਅੱਛਾ ਖਾਨ ਸਾਹਿਬ, ਦੁੱਧ ਆਪ ਸੇਲ ਕਰਦੇ ਹੋ ਕਿ? ਸਾਡੀ ਸ਼ਾਪ ਆ ਜੀ ਉੱਥੇ ਆਪਣਾ ਸੂਸਾ ਰੋਡ ਤੇ ਫਿਜ਼ਾਨੇ ਮਦੀਨਾ ਦੇ ਨਾਲ, ਦੋਸਤੀ ਕੈਫੇ ਦੇ ਨਾਮ ਤੋਂ। ਤੇ ਉੱਥੇ ਅਸੀਂ ਆਪਣਾ ਦੁੱਧ ਸੇਲ ਕਰਦੇ। ਤੇ ਅਗਰ ਬੁਰਾ ਨਾ ਮਹਿਸੂਸ ਕਰੋ ਤੇ ਕੀ ਐਵਰੇਜ ਸੋਰਤ ਦੱਸ ਸਕਦੇ ਹੋ ਕਿ ਦੁੱਧ ਦਾ ਕੀ ਐਵਰੇਜ ਰੱਖੀ ਤੁਸੀਂ, ਸਾਰੇ ਖਰਚੇ ਖੁਰਚੇ ਕੱਢ ਕੇ ਕਿੰਨਾ ਕੁ ਇਨਕਮ ਤੁਹਾਡੀ ਮੱਝਾਂ ਗਾਵਾਂ ਤੋਂ? ਸਾਡੀ ਸਾਰੀ ਇਨਕਮ ਅਸੀਂ ਕੈਲਕੂਲੇਟ ਨਹੀਂ ਕਰਦੇ, ਕਿਉਂਕਿ ਸਾਡਾ ਜ਼ਿਆਦਾ ਬਿਜ਼ਨਸ ਦੀ ਜਗ੍ਹਾ ਤੇ ਕੰਮ ਜ਼ਿਆਦਾ ਸ਼ੌਕ ਵਾਲਾ ਵਾ, ਸਾਡੇ ਸ਼ੌਕ ਜ਼ਿਆਦਾ। ਸਹੀ ਹੋ ਗਿਆ। ਉਹ ਫਿਰ ਸਾਡੀ ਇਨਕਮ ਅਸੀਂ ਕੈਲਕੂਲੇਟ ਹੀ ਨਹੀਂ ਕਰਦੇ ਕਿ ਕੀ ਆ, ਜੋ ਆ ਗਿਆ ਅੱਲਾ ਦਾ ਸ਼ੁਕਰ ਆ। ਅੱਛਾ। ਕੀ ਸੋਚਦੇ ਹੋ ਜੀ, ਆਪਣੀ ਜ਼ਮੀਨ ਜ਼ਿਆਦਾ ਫਾਇਦਾ ਵਾ ਆਪਣਾ, ਯਾਨੀ ਕਿ ਜਿਹੜਾ ਹੱਥਾ ਵੀ ਆਪਣਾ, ਹਰ ਚੀਜ਼ ਆਪਣੀ ਹੋਵੇ, ਫੇਰ ਜ਼ਿਆਦਾ ਫਾਇਦਾ ਵਾ ਕਿ ਕਿਰਾਏ ਤੇ ਵੀ ਸ਼ੁਰੂ ਹੋ ਸਕਦਾ? ਸਰ ਦੇਖੋ, ਬਿਜ਼ਨਸ ਪੁਆਇੰਟ ਆਫ View ਦੇ ਨਾਲ ਅਗਰ ਤੁਸੀਂ ਕਿਰਾਏ ਤੇ ਵੀ ਸ਼ੁਰੂ ਹੋ ਜਾਓ, ਫਿਰ ਤੁਹਾਨੂੰ ਜਗ੍ਹਾ ਥੋੜੀ ਘੱਟ ਲੈਣੀ ਪੈਗੀ, ਕਿਰਾਇਆ ਘੱਟ। ਤੁਸੀਂ ਇਹ ਕਿ ਬਿਜ਼ਨਸ ਅਗਰ ਸਟਾਰਟ ਕਰੋਗੇ, ਬੈਨੀਫਿਟ ਤੇ ਹੀ ਹੈ ਕਿ ਜ਼ਮੀਨ ਆਪਣੀ ਹੋਵੇ, ਪੱਠੇ ਦਾ ਤੁਹਾਨੂੰ ਸਹੂਲਤ ਹੋਵੇ। ਅਗਰ ਤੁਸੀਂ ਗਾਵਾਂ ਰੱਖਣੀਆਂ ਤੇ ਸਾਇਲੇਜ ਬਣਵਾਉਣਾ ਪਏਗਾ ਆਲਰੇਡੀ। ਤੇ ਅਗਰ ਤੁਹਾਡਾ ਕੋਈ ਮੱਝਾਂ ਦਾ ਕੰਮ ਆ ਤੇ ਫਿਰ ਤੁਸੀਂ ਪੱਠੇ ਰੱਖੋ, ਆਪਣੀ ਜ਼ਮੀਨ ਰੱਖੋ, तो उत्ते फार्मिंग शुरू कर लो, फिर ज़्यादा बेनिफिट है। अगर ये तुसी रवोगे किराए ते, किराए की जगह इस्तेमाल करोगे, किराए का पट्ठा इस्तेमाल करो, फिर एवरेज तो घट ही आएगी, प्रॉफिट दी एवरेज। मझ की किहड़ी उम्र तुसी देख के खरीदते हो, किनवें सूए खरीदते हो? असी पहले तो दूसरे सूबे के दरम्यान मझ लेंगे हैं जी। अच्छा। हाँ, तीसरा बहुत अच्छी मझ हो तो तीसरे सूबे ले लेती है, चौथे सूबे वाली मझ नहीं लेती। नहीं लेती। हाँ। किन्ने सूए तक तुसी दुध वास्ते इहनूं इस्तेमाल करदे? असी तकरीबन 8 तो 9 सूबे इस्तेमाल करदे। अच्छा, की बरीकियां मझ दियां देखनी चाहिए खरीदते? मझ दा देखो जी, चमड़ी बरीक होनी चाहिए है, पूंछल बरीक होवे, फिर मझ दा सिंग सोहना होवे, बूथा सोहना होवे, मझ दी कादा सोहनी होवे, लाम चंगी होवे, मझ सोहनी देख के चड्डा चुड्डा होवे। अच्छा। देख के पसंद। ते गां किहड़ी इस मौसम दे विच अपने मौसम च कामयाब? साढ़े इत्थे मिक्स ब्रीड कामयाब है जी, जी लोकल फ्रीजन साहिवाल क्रॉस या फ्रीजन चोलस्तानी क्रॉस, ये ज़्यादा कामयाब है क्योंकि गर्मी नूं एवरेजली दुध दिंदी रहिंदी है। जिहड़ी वलैती गां हुंदी ना जी, प्योरिटी च आंदी है, वो गर्मी नूं मैनेज नहीं तुसीं कर सकदे, कोई एवरेज नहीं लै सकदे। फिर सर्दियां दुध देगी, गर्मियां नूं दुध नहीं देगी, वो फिर उत्थे गल आ जांदी। अच्छा, देसी भी कोई तुसीं वंडा छंडा या नुस्खा कोई रखिया होना, जिद्दां प्याज, कोई मिर्चां मुर्चां, वो किहड़ियां इस्तेमाल करदे? असीं ज़्यादातर जी जिहड़ी लाल मिर्च है ना जी, वो भी दे दी है पानी च मिला के। ਤੇ ਬਾਇਆ ਵਾਸਤੇ ਅਸੀਂ ਕੀ ਕਰਦੇ ਆ ਕਿ ਮੰਡੀ ਤੋਂ ਆਮ ਸਬਜ਼ ਮਿਰਚ ਲੈ ਦੀ ਹੈ, ਪੱਠੇ ਚ ਕੁਤਰੀ ਦੀ ਹੈ। ਅੱਛਾ। ਪਿਆਜ਼ ਤੇ ਮਿਰਚ ਪੱਠੇ ਚ ਕੁਤਰ ਕੇ ਪੱਠੇ ਨਾਲ ਹੀ ਪਾ ਦਿੱਤੀ, ਕਿਉਂਕਿ ਮਾਲ ਜ਼ਿਆਦਾ ਫਿਰ ਨੌਕਰ ਮੂੰਹ ਫੜਨਾ ਫੁੜਨਾ ਔਖਾ ਹੁੰਦਾ। ਉਹ ਵੀ ਸਹੀ ਹੈ। ਹਾਂਜੀ। ਸਾਰੇ ਡੰਗਰਾਂ ਨੂੰ ਡਿਵਾਈਡ ਹੋ ਜਾਂਦੇ, ਉਹ ਖਾ ਜਾਂਦੇ ਆ ਜੀ। ਅੱਛਾ, ਇਹਦੇ ਵਿੱਚ ਆਮ ਬਾਇਆਬਾਦੀ ਦਾ ਵੀ ਜ਼ਿਆਦਾ ਮਸਲਾ ਹੁੰਦਾ? ਇਹ ਬਾਇਆਬਾਦੀ ਵਾਸਤੇ ਦੁੱਧ 'ਚ ਵੀ ਸਮੈਲ ਪੈਦਾ ਹੋ ਜਾਂਦੀ ਹੈ। ਮਿਰਚ ਵਗੈਰਾ ਤੁਸੀਂ 8-10 ਦਿਨ ਹੀ ਦੇ ਦਿਓ। ਅੱਛਾ। ਹਾਂ, ਉਹ ਥਣ ਦੀ ਵੀ ਬਚਤ ਰਹਿੰਦੀ ਹੈ। ਸਾਡੂ ਤੋਂ ਤੇਲ ਦਾ ਬਹੁਤ ਵੱਡਾ ਜ਼ਿਮੀਦਾਰ ਕਰਦੇ ਨੇ। ਮੇਰੇ ਸਵਾਲ ਸੁਣ ਲਿਓ, ਕਈ ਕਿਲੋ ਹੀ ਦੇ ਦਿੰਦੇ ਆ, ਕਈ ਅੱਧਾ ਕਿਲੋ ਦੇ ਦਿੰਦੇ, ਮੱਝਾਂ ਡਿੱਕ ਹੋ ਜਾਂਦੀਆਂ। ਕਿੰਨਾ ਤੇਲ ਇੱਕ ਟਾਈਮ ਦਾ? ਸਰ 200 ਗ੍ਰਾਮ ਤੇਲ ਜਿਹੜਾ ਜਾਨਵਰ ਦੀ ਕੈਪੈਸਿਟੀ ਹੁੰਦੀ ਹੈ ਹਜ਼ਮ ਕਰਨ ਦੀ। ਅੱਛਾ। 200 ਗ੍ਰਾਮ ਤੋਂ ਜ਼ਿਆਦਾ ਤੁਸੀਂ ਤੇਲ ਦਿਓਗੇ, ਉਹ ਜ਼ਾਇਆ ਕਰ ਦੇਗਾ। ਅੱਛਾ। ਉਹਦੇ ਵਾਸਤੇ ਫਾਇਦਾਮੰਦ ਨਹੀਂ ਹੈ। ਤੇਲ ਹੋਵੇ, ਘਿਓ ਹੋਵੇ, ਕੋਈ ਵੀ ਚਿਕਨਾਹਟ ਵਾਲੀ ਚੀਜ਼ ਹੈ ਨਾ ਜੀ, ਉਹ 200 ਗ੍ਰਾਮ ਤੋਂ ਜ਼ਿਆਦਾ ਜਾਨਵਰ ਨਹੀਂ ਇਸਤੇਮਾਲ ਕਰ ਸਕਦਾ। ਅੱਛਾ, ਵੱਡਾ ਜਾਨਵਰ? ਵੱਡਾ ਜਾਨਵਰ, ਫੁੱਲ ਵੱਡਾ ਜਾਨਵਰ। ਕਿਹੜਾ ਮੌਸਮ ਤੇਲ ਬੈਸਟ ਤੇਲ? ਤੇਲ ਦਾ ਹਰ ਮੌਸਮ ਹੈ ਜੀ। ਤੇਲ ਤੁਹਾਨੂੰ ਅਸੀਂ ਕੀ ਕਰਦੇ ਹਾਂ, ਸਾਡੇ ਕੋਲ ਮਿਕਸਚਰ ਹੈ ਜੀ, ਅਸੀਂ ਤੇਲ ਮਿਕਸਚਰ ਦੇ ਵਿੱਚ ਹੀ ਪਾ ਕੇ ਵੰਡੇ ਦੇ ਵਿੱਚ ਹੀ ਦੇ ਦਿੰਦੇ ਇਹਨਾਂ ਨੂੰ। ਅੱਛਾ। ਬਾਕੀ ਤੇਲ ਤੇ ਡਾਕਟਰ ਸਾਹਿਬਾਨ ਤੇ ਕਹਿੰਦੇ ਜੀ ਡੇਲੀ ਤੇਲ ਦਿੱਤਾ ਜਾਣਾ ਚਾਹੀਦਾ। ਅੱਛਾ। ਜ਼ਿਮੀਦਾਰ ਵੀ ਕਹਿੰਦੇ ਆ ਕਿ 100 ਗ੍ਰਾਮ ਤੇਲ ਰੋਜ਼ਾਨਾ, 50 ਤੋਂ 100 ਗ੍ਰਾਮ ਤੇਲ ਦੁੱਧ ਦੇਣ ਵਾਲੇ ਜਾਨਵਰ ਨੂੰ ਰੋਜ਼ਾਨਾ ਆਉਣਾ ਚਾਹੀਦਾ। ਉਹ 'ਚ ਸਾੜੂ ਦੀ ਵੀ ਬਚਤ ਰਹਿੰਦੀ ਆ, ਜਾਨਵਰ ਵੀ ਹੈਲਦੀ ਰਹਿੰਦਾ। ਅੱਛਾ। ਹਾਂਜੀ। ਜ਼ਬਰਦਸਤ ਤੇਲ ਯਾਨੀ ਕਿ ਲਾਜ਼ਮੀ ਆ। ਲਾਜ਼ਮੀ। ਇਹਦੇ ਵਿੱਚ ਕਿਹੜੇ ਸਰਸੋਂ ਦਾ ਜ਼ਿਆਦਾ ਇਸਤੇਮਾਲ ਹੁੰਦਾ? ਸਰਸੋਂ ਦਾ ਤੇਲ, ਸਰਸੋਂ ਦਾ ਕਿ ਹੋਰ ਵੀ ਕੁਝ ਤਾਰੇ ਮੇਰੇ ਦਾ ਜਾਂ ਕੋਈ ਹੋਰ ਚੀਜ਼? ਸਰਸੋਂ ਦਾ ਬੈਸਟ। ਸਰਸੋਂ ਦੇ ਵਿੱਚ ਕੋਈ ਇਕਸਾਮ ਹੁੰਦੀ ਦੇਸੀ ਜਾਂ ਦੂਜੀ, ਕਿ ਜਿਹੜੀ ਮਰਜ਼ੀ ਹੋ ਜਾਵੇ? ਜੋ ਸਰਸੋਂ ਜਿਹੜੀ ਮਰਜ਼ੀ ਹੋ ਜਾਵੇ। ਅੱਛਾ, ਉਹ ਤੁਸੀਂ ਵੀ ਦੇ ਸਕਦੇ ਹੋ? ਕੈਨੋਲਾ ਵੀ ਦੇ ਸਕਦੇ ਹੋ, ਸਰੋਂ ਵੀ ਦੇ ਸਕਦੇ ਹੋ, ਦੇਸੀ ਸਰੋਂ ਵੀ ਦੇ ਸਕਦੇ ਹੋ। ਜ਼ਬਰਦਸਤ।
ਤੇ ਜ਼ਿਆਦਾ ਮੈਕਸਿਮਮ ਤੁਹਾਡੇ ਕੋਲ ਗਾਂ ਨੇ ਕਿੰਨਾ ਇੱਥੇ ਮੌਜੂਦ ਦੁੱਧ? ਸਾਡੇ ਕੋਲ ਜੀ 38 ਲੀਟਰ ਦੁੱਧ ਮੌਜੂਦ ਨਹੀਂ ਆ। ਸਾਡੇ ਕੋਲ ਮੈਕਸਿਮਮ ਗਾਂ ਨੇ 38 ਲੀਟਰ ਦੁੱਧ ਦਿੱਤਾ 38 ਲੀਟਰ, ਅੱਛਾ। ਤੇ ਮੱਝ ਨੇ ਸਾਡੇ ਕੋਲ 24 ਲੀਟਰ ਦੁੱਧ ਦਿੱਤਾ। ਮਾਸ਼ਾਅੱਲਾ, ਬੜੀ ਐਵਰੇਜ ਆ। ਤੇ ਸਾਡੇ ਕੋਲ ਜਿਹੜੀਆਂ ਮੱਝਾਂ ਨੇ ਜੀ ਅਲਹਮਦੁਲਿਲਾ 20 ਲੀਟਰ ਵਾਲੀਆਂ ਤਕਰੀਬਨ ਆਮ ਹੀ ਰਹਿ ਜਾਂਦੀਆਂ। ਇਹ ਅੱਲਾਹ ਪਾਕ ਦਾ ਸਾਡੇ ਤੇ ਖਾਸ ਕਰਮ ਆ। ਸਹੀ ਆ ਕਿ ਆਮ ਮੱਝ ਸਾਡੇ ਕੋਲ 20 ਲੀਟਰ ਵਾਲੀ ਰਹਿ ਜਾਂਦੀ ਹੈ। ਕੋਈ ਵੰਡੇ ਦੀ ਜਾਂ ਪੱਠਿਆਂ ਦੀ ਐਵਰੇਜ ਰੱਖੀ ਆ ਕਿ ਸਿਰਫ ਹਿਸਾਬ ਨਾਲ ਪਾਣੇ ਹੁੰਦੇ ਆ ਆਪਣੇ? ਸੈਲਜ ਜਿਹੜਾ ਜੀ ਅਸੀਂ ਉਹਦੀ ਐਵਰੇਜ ਆ, ਵੰਡੇ ਦੀ ਵੀ ਸਾਡੀ ਐਵਰੇਜ ਆ। ਅਸੀਂ 2 ਕਿਲੋ ਪਿੱਛੇ ਮੱਝ ਨੂੰ 2 ਕਿਲੋ ਪਿੱਛੇ 1 ਕਿਲੋ ਵੰਡਾ ਪਾਉਂਦੇ, ਗਾਂ ਨੂੰ ਅਸੀਂ 3 ਕਿਲੋ ਪਿੱਛੇ ਦੁੱਧ ਪਿੱਛੇ 1 ਕਿਲੋ ਵੰਡਾ ਪਾਉਂਦੇ। ਸੈਲਜ ਅਸੀਂ 20 ਕਿਲੋ ਇੱਕ ਫੀ ਜਾਨਵਰ ਨੂੰ ਪਾਉਂਦੇ। ਪੱਠੇ ਦੀ ਸਾਡੀ ਕੋਈ ਐਵਰੇਜ ਨਹੀਂ। ਸੈਲਜ ਦੀ ਕੀ ਤੁਸੀਂ ਨਿਚੋੜ ਕੱਢਿਆ ਵਾ? ਚੰਦ ਹਜ਼ਰਾਤ ਕਹਿੰਦੇ ਨੇ ਕਿ ਯਾਰ ਸਹੀ ਨਹੀਂ, ਚੰਦ ਕਹਿੰਦੇ ਬਹੁਤ ਸਹੀ ਹੈ, ਤੁਸੀਂ ਕੀ ਨਿਚੋੜ? ਸੈਲਜ ਦੇਖੋ ਜੀ ਇੱਕ ਕੰਪਲੀਟ ਨਿਊਟ੍ਰੀਸ਼ਨ, ਅੱਛਾ ਠੀਕ ਹੈ। ਔਰ ਨਿਊਟ੍ਰੀਸ਼ਨ ਦੇ ਨਾਲ ਇਹਦਾ ਇਹ ਵੀ ਮਸਲਾ ਹੈਗਾ ਕਿ ਸਾਈਲੇਜ ਲੇਬਰ ਨੂੰ ਬਚਾਉਂਦਾ ਹੈ। ਅੱਜ ਕੱਲ ਫਾਰਮਿੰਗ ਵਾਸਤੇ ਸਭ ਤੋਂ ਵੱਡੀ ਇਸ਼ੂ ਹੀ ਲੇਬਰ ਆ। ਅੱਛਾ, ਅਗਰ ਤੁਸੀਂ 100 ਜਾਨਵਰ ਰੱਖਿਆ ਨਾ ਜੀ ਤੇ 100 ਨੂੰ ਤੁਸੀਂ ਪੱਠੇ ਪਾਣੇ ਆ ਤੇ ਉਹਦੇ ਵਾਸਤੇ ਤੁਸੀਂ ਲੇਬਰ ਮੈਨੇਜ ਨਹੀਂ ਕਰ ਸਕਦੇ। ਸਹੀ। ਤੇ ਇਹ ਲੇਬਰ ਦੀ ਵੀ ਸਹੂਲਤ ਆ ਔਰ ਇੱਕ ਕੰਪਲੀਟ ਜਿੱਦਾਂ ਦੁੱਧ ਇੱਕ ਬੱਚੇ ਵਾਸਤੇ ਕੰਪਲੀਟ ਗ਼ਜ਼ਾ ਨਾ ਜੀ, ਇਸੇ ਤਰ੍ਹਾਂ ਹੀ ਸੈਲਜ ਗਾਂ ਵਾਸਤੇ ਕੰਪਲੀਟ ਨਿਊਟ੍ਰੀਸ਼ਨ ਔਰ ਗ਼ਜ਼ਾ ਵਾ। ਸੈਲਜ ਕਿੰਨੀਆਂ ਕਿਸਮਾਂ ਦਾ ਪਾਕਿਸਤਾਨ ਦਾ ਯੂਜ਼ ਹੋ ਰਿਹਾ ਤੇ ਤੁਸੀਂ ਮਕਈ ਦਾ ਹੀ ਕਿਉਂ ਯੂਜ਼ ਕਰਦੇ? ਸਾਡੇ ਅਵੇਲੇਬਲ ਇੱਥੇ ਮਕਈ ਦਾ ਹੀ ਹੈ ਜੀ। ਅੱਛਾ, ਵੈਸੇ ਅੱਛਾ ਔਰ ਗੰਨੇ ਦਾ ਵੀ ਬਣ ਰਿਹਾ ਵਾ, ਚਕੰਦਰ ਦਾ ਵੀ ਬਣ ਰਿਹਾ ਵਾ। ਚਕੰਦਰ ਦਾ ਆਪਣਾ ਬੰਦਾ ਜੀ, ਚਕੰਦਰ ਆਂਦੀ ਹੈ ਡੇਰਾ ਇਸਮਾਈਲ ਖਾਨ ਤੋਂ। ਸਾਡੇ ਇੱਥੇ ਲੋਕਲ ਬੰਦੀ ਨਹੀਂ, ਸਹੀ ਮਿਲਦੀ ਨਹੀਂ। ਸਹੀ। ਉਹ ਫਿਰ ਉਹਦੀ ਕਾਸਟ ਕਾਫੀ ਪੈਣੀ, ਉਹਨੂੰ ਫਿਰ ਸੰਭਾਲਣਾ ਵੀ ਜ਼ਰਾ ਥੋੜਾ ਮੁਸ਼ਕਲ ਆ ਬਨਿਸਬਤ ਇਸ ਸਾਲ। ਆਪ ਸੈਲਜ ਬਣਾਉਣ ਦਾ ਤੁਸੀਂ ਕੀ ਤਰੀਕੇਕਾਰ ਇੱਥੇ ਲਾਉਂਦੇ ਹੋ? ਯਾਨੀ ਕਿ ਮਕਈ ਕੁਤਰ ਲਈ ਉਹਨੂੰ ਕਿੰਨੇ ਦਿਨ ਤੁਸੀਂ ਹੀਟ ਤੇ ਰੱਖਣਾ? ਅਸੀਂ ਜੀ ਤਕਰੀਬਨ 20 ਤੋਂ 25 ਦਿਨ ਉਹਨੂੰ ਡੰਪ ਕਰਦੇ ਆ, ਉਸ ਤੋਂ ਬਾਅਦ ਅਸੀਂ ਉਹਨੂੰ ਖੋਲ ਲੈਂਦੇ। ਸਹੀ, ਉਹ ਸਹੀ ਤਿਆਰ ਹੋ ਜਾਂਦਾ ਮਾਸ਼ਾਅੱਲਾ। ਉਹਦਾ ਦਾਣਾ ਕੰਪਲੀਟ ਗਲ ਜਾਂਦਾ ਜੀ, ਉਹ ਬਿਹਤਰੀਨ ਹੋ ਜਾਂਦਾ। ਕਿਆ ਇਹ ਦੁੱਧ ਤੇ ਵੀ ਅਸਰ ਪਾਉਂਦਾ ਵਾ ਕਿ ਸਿਰਫ ਪੱਠਿਆਂ ਦਾ ਕੰਮ ਕਰਦਾ? ਨਹੀਂ ਜੀ, ਨਹੀਂ, ਦੁੱਧ ਤੇ ਅਸਰ ਪਾਉਂਦਾ। ਦੁੱਧ ਜ਼ਿਆਦਾ ਕਰਦਾ ਨਾ ਜੀ, ਇਹਦੀ ਨਿਊਟ੍ਰੀਸ਼ਨ ਪੂਰੀ ਆ। ਜਦੋਂ ਜਾਨਵਰ ਨੂੰ ਪੂਰੀ ਗ਼ਜ਼ਾ ਮਿਲੇਗੀ ਤਾਂ ਦੁੱਧ ਤੇ ਆਟੋਮੈਟਿਕਲੀ ਵਧਾਏਗਾ, ਸਿਹਤ ਤੇ ਵੀ ਅਸਰ ਪਾਏਗਾ। ਸਾਡੀਆਂ ਜਿਹੜੀਆਂ ਬਾਹਰ ਸੀ ਜੀ ਉਹ ਆ ਗਈਆਂ ਮਾਸ਼ਾਅੱਲਾ। ਲੋ ਜੀ ਦੋਸਤੋ, ਇਹ ਮੱਝਾਂ ਜਿਹੜੀਆਂ ਬਾਹਰੋਂ ਹੁਣ ਆਈਆਂ ਵਾ, ਇਹ ਨਵਾ ਨੂੰ ਹੋ ਕੇ ਲੱਗਦਾ ਲੈ ਕੇ? ਹਾਂਜੀ, ਨਵਾ ਕੇ ਲਿਆਏ ਜੀ। ਅੱਛਾ, ਮੱਝਾਂ ਦੇ ਵਿੱਚ ਵੀ ਤੁਹਾਨੂੰ ਇਹ ਹੋਣਾ ਵਾ ਕਿ ਕਿਹੜੀ ਨਸਲ ਜਿਹੜੀ ਪਾਕਿਸਤਾਨ ਦੇ ਟੌਪ ਲੈਵਲ ਤੇ ਜਾ ਰਹੀ ਆ? ਦੇਖੋ ਜੀ, ਸਾਹੀਵਾਲ ਹੀ ਆਂਦੀ ਹੈ। ਨੀਲੀ ਦੀ ਜਿਹੜੀ ਹੈ ਸਭ ਤੋਂ ਜ਼ਿਆਦਾ ਵਾ ਜੀ। ਅੱਛਾ। ਔਰ ਨੀਲੀ ਦਾ ਅਗਰ ਰਾਵੀ ਨਾਲ ਕ੍ਰਾਸ ਕੀਤਾ ਜਾਵੇ ਤੇ ਉਹ ਮਾਸ਼ਾਅੱਲਾ ਕਿਆ ਬਾਤ ਹੈ ਜੀ। ਉਹਦੀ ਖੂਬਸੂਰਤੀ, ਨੀਲੀ ਦੀ ਮੱਝ ਖੂਬਸੂਰਤ ਜ਼ਿਆਦਾ ਹੁੰਦੀ ਹੈ। ਸਹੀ। ਹਾਂਜੀ। ਕਿੰਨੀ ਦੇਰ ਤੱਕ ਦੁੱਧ ਨੀਲੀ ਦੀ ਦਿੰਦੀ ਰਹਿੰਦੀ ਸਾਲ 'ਚ ਸੂਣ ਤੋਂ ਬਾਅਦ? ਇਹ ਜਿਹੜੀਆਂ ਮੱਝਾਂ ਨੇ ਜੀ ਨੀਲੀ ਦੀਆਂ ਔਰ ਰਾਵੀ ਦੀਆਂ, ਇਹਨਾਂ ਦੀ ਦੁੱਧ ਦੇ ਵਿੱਚ ਲਾਮ ਬਹੁਤ ਹੁੰਦੀ ਹੈ। ਅੱਛਾ। ਇਹ ਅਗਰ ਸੂਵੇ ਨਾ ਤੇ ਸਾਲ ਵੀ ਦੁੱਧ ਦੇ ਜਾਂਦੀ ਹੈ। ਅੱਛਾ, ਸਾਲ ਦੁੱਧ ਰੈਗੂਲਰ ਦਿੰਦੀ ਹੈ, ਅੱਗੇ ਫਲ ਵੀ ਜਾਂਦੀ ਹੈ। ਦੇਖੋ ਨਾ ਤੁਸੀਂ, ਇਹ ਮੱਝ ਨੀਲੀ ਦੀ ਆ ਜਿਹੜੀ ਆ ਰਹੀ ਹੈ ਅੱਗੇ, ਇਧਰਲੀ ਖੁੱਲੀ ਨਾਲ ਲੱਗੀ ਹੈ। ਇਹ ਬੈਚ ਦਾ ਕੀ ਮਕਸਦ ਹੁੰਦਾ? ਬੈਚ ਇਹ ਆ ਕਿ ਮੈਂ ਅਗਰ ਫਾਰਮ ਤੇ ਨਹੀਂ ਆ ਤੇ ਅਗਰ ਕੋਈ ਪ੍ਰੋਬਲਮ ਹੋਈ ਜਾਨਵਰ ਨੂੰ ਤਾਂ ਫਿਰ ਮੈਨੂੰ ਨੰਬਰ ਦੱਸ ਦਿੰਦੇ, ਫਿਰ ਮੈਂ ਦੱਸਦਾ ਕਿ ਮੈਨੂੰ ਪਤਾ ਲੱਗ ਜਾਂਦਾ ਕਿ ਫਲਾਨੀ ਮੱਝ ਨੂੰ ਇਹ ਮਸਲਾ। ਅੱਛਾ, ਨਿਸ਼ਾਨੀ ਲਾਈ। ਸਹੀ। ਗਾਵਾਂ ਮੱਝਾਂ ਦੀ ਨਿਸ਼ਾਨੀ ਜ਼ਰੂਰੀ ਹੋ ਜਾਂਦੀ, ਜ਼ਿਆਦਾ ਡੰਗਰਾਂ ਦੇ ਵਿੱਚ ਈਜ਼ੀ ਹੋ ਜਾਂਦਾ। ਹਾਂਜੀ। ਸਹੀ ਹੋ ਗਿਆ। ਇਹ ਵੀ ਤੁਸੀਂ ਚਰਾਈ ਤੇ ਵੀ ਰੱਖਿਆ ਇਹਨਾਂ ਨੂੰ ਕਿ ਸਿਰਫ? ਇਹ ਚਰਾਈ ਤੇ ਜਾਂਦਾ, ਇਹ ਮਾਲ ਸਾਡਾ ਚਰਾਈ ਤੇ ਚਲਾ ਜਾਂਦਾ। ਸਹੀ। ਰੰਗ ਬਰੰਗੀ ਬੂਟੀ ਖਾਣ ਨਾਲ ਬੂਟੀ ਖਾਣ ਨਾਲ ਤੇ ਕਿਉਂਕਿ ਇਹਨਾਂ ਨੂੰ ਮਸਾਲਾ ਨਹੀਂ ਸਾਨੂੰ ਦੇ ਹੁੰਦਾ। ਜਿਹੜੀਆਂ ਮੱਝਾਂ ਦੁੱਧ ਤੋਂ ਬਗੈਰ ਹੋ ਜਾਂਦੀਆਂ ਫਿਰ ਸਾਡੇ ਕੋਲ ਮਸਾਲਾ ਨਹੀਂ, ਉਹ ਫਿਰ ਬਾਹਰ ਜਾਂਦੀਆਂ, ਨਹਿਰ ਦਾ ਪਾਣੀ ਪੀਂਦੀਆਂ, ਬੂਟੀ ਜਿਹੜੀ ਬੂਟੀ ਖਾਂਦੀਆਂ, ਉਹ ਜ਼ਰਾ ਤੰਦਰੁਸਤ ਰਹਿੰਦੀਆਂ। ਨਾਲੇ ਇਹਨਾਂ ਦੀ ਵਾਕ। ਤੁਹਾਡੇ ਕਹਿਣ ਦਾ ਮਕਸਦ ਆ ਕਿ ਜਗ੍ਹਾ ਖੁੱਲੀ ਹੋਵੇ, ਥੋੜੀ ਚਰਾਈ ਵੀ ਹੋ ਜਾਵੇ, ਨਹਿਰ ਤੇ ਨਹਾਣਾ ਹੋ ਜਾਵੇ, ਇੱਕ ਤੇ ਬੱਚਤ ਤੇ ਇੱਕ ਡੰਗਰ ਅੱਛਾ ਰਹਿੰਦਾ, ਡੰਗਰ ਦੀ ਸਿਹਤ ਵੀ ਅੱਛੀ ਰਹਿੰਦੀ। ਸਹੀ ਹੋ ਗਿਆ। ਬੈਸਟ ਚਵਾਈ ਦਾ ਟਾਈਮ ਕੀ ਤੁਸੀਂ ਸੋਚਦੇ ਹੋ? 12 ਘੰਟੇ ਦਾ ਟਾਈਮ ਹੈ ਜੀ। ਸਵੇਰ ਤੁਸੀਂ ਜਿਹੜਾ ਵੀ ਲਾ ਲਓ, ਸਵੇਰ 5 ਤੋਂ 5 ਲਾ ਲਓ, ਸਵੇਰ 4 ਤੋਂ 4 ਲਾ ਲਓ, ਜਿਹੜੀ ਤੁਹਾਨੂੰ ਸਹੂਲਤ। 12 ਘੰਟੇ ਦਾ ਵਕਫਾ ਹੋਣਾ ਚਾਹੀਦਾ। 12 ਘੰਟੇ ਦਾ ਵਕਫਾ ਹੋਣਾ ਚਾਹੀਦਾ। ਸਹੀ ਹੋ ਗਿਆ। 12 ਘੰਟੇ ਦੇ ਵਕਫੇ ਦੇ ਬਾਅਦ ਤੁਸੀਂ ਉਹਨੂੰ ਚਵਾਈ ਕਰ ਸਕਦੇ ਹੋ। ਜ਼ਬਰਦਸਤ ਜੀ ਦੋਸਤੋ, ਇੱਧਰ ਥੋੜਾ ਤੁਹਾਨੂੰ ਦਿਖਾਉਂਦੇ ਆ ਖਾਨ ਸਾਹਿਬ ਦਾ। ਅੱਗੇ ਵੀ ਤਾਂ ਵੀਡੀਓ ਦੇ ਵਿੱਚ ਵੀ ਤੁਸੀਂ ਵੇਖ ਰਹੇ ਹੋਣੇ। ਬਹਰਹਾਲ ਇਹ ਥੋੜਾ ਬੜਾ ਇਹਨਾਂ ਦਾ ਮਸ਼ੀਨ ਵੀ ਇਸਤੇਮਾਲ ਕਰਦੇ ਹੋ ਕਿ ਸਿਰਫ ਮਿਲਕਿੰਗ ਮਸ਼ੀਨ ਗਾਵਾਂ ਵਾਸਤੇ ਇਸਤੇਮਾਲ ਕਰਦੇ ਹਾਂ ਜੀ ਅਸੀਂ। ਆ ਜ਼ਿਆਦਾ ਦੁੱਧ ਦੇ ਵਿੱਚ ਤੇ ਫਿਰ ਨਹੀਂ ਉਹ ਫਿਰ ਆਪਣਾ ਜਦੋਂ ਗਾਵਾਂ ਜ਼ਿਆਦਾ ਹੁੰਦੀਆਂ ਨੇ, ਜਦੋਂ ਕੋਈ ਗਾਂ ਦਾ ਦੁੱਧ ਵੀ ਥਣ ਛੋਟਾ ਹੁੰਦਾ, ਗਾਂ ਦਾ ਦੁੱਧ ਜ਼ਿਆਦਾ ਹੁੰਦਾ। ਇਹ ਪੱਖੇ ਤੇ ਕੋਈ ਹੈਵੀ ਕਿਸਮ ਦੇ ਲਾਏ ਹੋਏ ਉੱਤੇ? ਪੱਕੇ ਹੈਵੀ ਲਾਏ ਜੀ। ਗਰਮੀਆਂ 'ਚ ਗਾਵਾਂ ਨੂੰ ਫਿਰ ਜ਼ਰਾ ਸਪੋਰਟ ਦੇਣੀ ਹੁੰਦੀ ਹਵਾ ਦੀ। ਅੱਛਾ, ਉਹ ਇਸ ਕਰਕੇ ਲਾਣਾ ਪੈਂਦਾ ਜੀ। ਜ਼ਬਰਦਸਤ। ਲੋ ਜੀ ਦੋਸਤੋ, ਚੈੱਕ ਕਰੋ।
ਅੱਛਾ ਇਹ ਚੰਦ ਮੈਂ ਵੇਖੇ ਨੇ ਸਿਰਫ ਮਿਲਕ ਵਾਸਤੇ ਜਵਾਗ ਨੂੰ ਜ਼ਾਇਆ ਕਰ ਦਿੰਦੇ, ਮੇਰੇ ਖਿਆਲ ਆਪਣੇ ਤੇ ਇਹ ਕੰਮ ਨਹੀਂ, ਸਿਸਟਮ ਨਹੀਂ ਹੈ। ਨਹੀਂ ਜੀ ਨਹੀਂ, ਇਹ ਆਪਣੇ ਤੇ ਤੇ ਅੱਲਾਹ ਸਾਰੇ ਹੀ ਪਾਕ ਬਚੇ ਨੇ ਹੋਏ ਨੇ। ਉਹਨਾਂ ਨੂੰ ਰਿਜ਼ਕ ਦਿੱਤਾ ਵਾ ਤੇ ਉਹਨਾਂ ਦੇ ਵਸੀਲੇ ਨਾਲ ਸਾਨੂੰ ਦਿੱਤਾ, ਉਹਨੂੰ ਵਿਚਾਰੇ ਨੂੰ ਦੇਣਾ ਚਾਹੀਦਾ, ਸਹੀ ਹੋ ਉਹਨੂੰ ਥੋੜੀ ਫੇਰਨੀ। ਸਹੀ ਹੋ ਗਿਆ, ਜ਼ਬਰਦਸਤ ਹੋ ਗਿਆ। ਇਹ ਫਿਰ ਤੁਹਾਡੇ ਅੱਗੇ ਜਾ ਕੇ ਕੰਮ ਵੀ ਝੋਟੀਆਂ ਬਣ ਜ਼ਾਰੀ ਗੱਲ ਹੈ ਜੀ, ਝੋਟੀਆਂ ਬਣ ਜਾਂਦੀਆਂ, ਕੱਟੇ ਬਣ ਜਾਂਦੇ ਆ, ਕੱਟੇ ਤੁਸੀਂ ਸੇਲ ਕਰ ਸਕਦੇ ਹੋ, ਝੋਟੀਆਂ ਤੁਸੀਂ ਅਗਲੇ ਵਾਸਤੇ ਰੱਖ ਸਕਦੇ ਹੋ। ਸਹੀ ਹੋ ਗਿਆ, ਆਪਣਾ ਜ਼ਬਰਦਸਤ। ਰਾਜੂ ਉਹ ਅੱਛਾ ਲੱਗਾ ਜੀ, ਤੁਹਾਨੂੰ ਵੀ ਮਜ਼ਾ ਆਇਆ ਹੋਗਾ। ਤੇ ਲਾਸਟ ਇੱਕ ਸਵਾਲ ਮੇਰੇ ਜ਼ਿਹਨ 'ਚ ਆ ਗਿਆ, ਜੀ ਫਾਰਮ ਬਣਾਉਣ ਵਾਸਤੇ ਕਿਆ ਮੈਂ 10 ਮੱਝਾਂ ਤੋਂ ਜਾਂ ਗਾਵਾਂ ਸ਼ੁਰੂ ਕਰ ਲਾਂਗੇ, ਇੱਕ ਤੋਂ ਸ਼ੁਰੂ ਕਰਾਂ? ਸਰ ਕਮ ਸੇ ਕਮ ਤੁਸੀਂ 5 ਤੇ ਲਾਓ ਨਾ। ਅੱਛਾ, ਹਾਂਜੀ 5 ਮੱਝਾਂ ਤੋਂ ਸ਼ੁਰੂ ਕਰੋ ਤੇ ਉਹ ਜ਼ਾਰੀ ਗੱਲ ਆ, ਜਦੋਂ ਤੁਹਾਡੇ ਐਕਸਪੈਂਸ ਕੁਝ ਫਿਕਸ ਐਕਸਪੈਂਸ ਹੁੰਦੇ ਨੇ, ਉਹ ਤੁਹਾਡਾ ਇੱਕ ਤੇ ਵੀ ਉਨਾ ਹੀ ਹੋਣਾ। ਜਗ੍ਹਾ ਮਿਸਾਲ ਤੇ ਤੁਸੀਂ 10 ਮਰਲੇ ਜਗ੍ਹਾ ਲੈ ਲਈ, ਉਹ ਤਾਂ ਇੱਕ ਤੇ ਮੱਝ ਤੇ ਵੀ ਉਨਾ ਹੀ ਖਰਚਾ ਤੇ 10 ਮੱਝਾਂ ਤੇ ਵੀ ਉਨਾ ਹੀ ਖਰਚਾ। ਸਹੀ ਹੈ। ਬਿਹਤਰ ਹੈ ਕਿ 5-6 ਮੱਝਾਂ ਤੋਂ ਸਟਾਰਟ ਕਰੋ, ਆਹਿਸਤਾ ਆਹਿਸਤਾ ਵਧੀ ਜਾਣਗੇ। ਆਸਤਾ ਆਸਤਾ ਬਾਤ ਹੈ ਜਾਣਗੇ। ਜ਼ਬਰਦਸਤ ਜੀ ਦੋਸਤੋ, ਮਾਸ਼ਾਅੱਲਾ ਬੜੀ ਅੱਛੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਹੈ ਜੀ। ਉਮੀਦ ਕਰਦਾ ਪਸੰਦ ਆਈ ਹੋਗੀ। ਅਗਰ ਪਸੰਦ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ, ਦੁਆਵਾਂ ਯਾਦ ਰੱਖੋ। ਮਿਲਦੇ ਨੈਕਸਟ ਵੀਡੀਓ 'ਚ। ਸ਼ਕੀਲ ਖਾਨ ਸਾਹਿਬ ਦਾ ਨੰਬਰ ਅਸੀਂ ਛੱਡ ਦਾਂਗੇ, ਤੇ ਜਿਨ੍ਹਾਂ ਨੇ ਇਨਫੋਰਮੇਸ਼ਨ ਚਾਹੀਦੀ ਹੋਈ ਨਾ ਕੋਈ ਇਨਫੋਰਮੇਸ਼ਨ ਲੈ ਸਕਦੇ ਨੇ, ਸਾਡੇ ਰੈਫਰੈਂਸ ਦੇ ਹਵਾਲੇ ਨਾਲ ਇਨਸ਼ਾਅੱਲਾ ਤੁਹਾਨੂੰ ਇਨਫੋਰਮੇਸ਼ਨ ਦੇ ਦੇਣਗੇ। ਮਿਲਦੇ ਨੈਕਸਟ ਵੀਡੀਓ 'ਚ। ਅੱਲਾ ਨੇ ਕਿਰਪਾ।